ਓਮ ਸ਼ਾਂਤੀ। ਅੱਜ 22/2/2023 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਤੁਹਾਨੂੰ ਗਿਆਨ ਦੀ ਸਕਰੀਨ ਮਿਲੀ ਹੈ। ਸਕਰੀਨ ਦੀ ਉਹ ਬੂੰਦ ਹੈ ਮਨ ਮਨਾ ਭਵ। ਇਹ ਖੁਰਾਕ ਸਭ ਨੂੰ ਖਵਾਉਂਦੇ ਰਹੋ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਸੱਚੀ ਸੱਚੀ ਖੁਸ਼ ਖਰਾਫਤ ਕਿਹੜੀ ਹੈ? ਤੁਹਾਨੂੰ ਸਭ ਨੂੰ ਕਿਸ ਦੀ ਰੂਹਾਨੀ ਖਾਤਰੀ ਕਰਨੀ ਹੈ? ਅੱਜ ਬਾਬਾ ਦਾ ਉੱਤਰ ਹੈ, ਹਰ ਇੱਕ ਨੂੰ ਬਾਪ ਦਾ ਪਰਿਚੈ ਦੇਣਾ। ਇਹ ਹੈ ਸੱਚੀ ਸੱਚੀ ਖੁਸ਼ ਖਰਾਫਤ। ਤੁਸੀਂ ਸ਼੍ਰੀਮਤ ਦੇ ਸਭ ਨੂੰ ਖੁਸ਼ੀ ਦੀ ਖੁਰਾਕ ਖਵਾਉਂਦੇ ਰਹੋ। ਬੇਹੱਦ ਦੇ ਬਾਪ ਦੁਆਰਾ ਜੀਵਨ ਮੁਕਤੀ ਦੀ ਖੁਰਾਕ ਜੋ ਤੁਹਾਨੂੰ ਮਿਲੀ ਹੈ, ਉਹ ਸਭ ਨੂੰ ਦਿੰਦੇ ਚਲੋ। ਅਤੀ ਇੰਦਰੀय ਸੁਖ ਵਿੱਚ ਰਹਿ ਸਭ ਨੂੰ ਗਿਆਨ ਯੋਗ ਦੀ ਫਸਟ ਕਲਾਸ ਖੁਰਾਕ ਖਵਾਉਣਾ, ਇਹੀ ਸਭ ਤੋਂ ਵੱਡੀ ਰੂਹਾਨੀ ਖਾਤਰੀ ਹੈ। ਓਮ ਸ਼ਾਂਤੀ। ਗਿਆਨ ਦਾ ਤੀਸਰਾ ਨੇਤਰ ਦੇਣ ਵਾਲਾ ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹੈ। ਗਿਆਨ ਦਾ ਤੀਸਰਾ ਨੇਤਰ ਸਿਵਾਏ ਬਾਪ ਦੇ ਹੋਰ ਕੋਈ ਦੇ ਨਹੀਂ ਸਕਦਾ। ਹੁਣ ਤੁਸੀਂ ਬੱਚਿਆਂ ਨੂੰ ਗਿਆਨ ਦਾ ਤੀਸਰਾ ਨੇਤਰ ਮਿਲਿਆ ਹੈ। ਹੁਣ ਤੁਸੀਂ ਜਾਣਦੇ ਹੋ ਕਿ ਇਹ ਪੁਰਾਣੀ ਦੁਨੀਆ ਬਦਲਣ ਵਾਲੀ ਹੈ। ਵਿਚਾਰੇ ਮਨੁੱਖ ਨਹੀਂ ਜਾਣਦੇ ਕਿ ਕਿਹੜਾ ਬਦਲਾਉਣ ਵਾਲਾ ਹੈ ਅਤੇ ਕਿਵੇਂ ਬਦਲਾਉਂਦੇ ਹੈ, ਕਿਉਂਕਿ ਉਹਨਾਂ ਨੂੰ ਗਿਆਨ ਦਾ ਤੀਸਰਾ ਨੇਤਰ ਹੀ ਨਹੀਂ ਹੈ। ਤੁਹਾਨੂੰ ਬੱਚਿਆਂ ਨੂੰ ਹੁਣ ਗਿਆਨ ਦਾ ਤੀਸਰਾ ਨੇਤਰ ਮਿਲਿਆ ਹੈ, ਜਿਸ ਨਾਲ ਤੁਸੀਂ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਨੂੰ ਜਾਣ ਗਏ ਹੋ। ਇਹ ਹੈ ਗਿਆਨ ਦੀ ਸਕਰੀਨ। ਸਕਰੀਨ ਦੀ ਇੱਕ ਬੂੰਦ ਵੀ ਕਿੰਨੀ ਮਿੱਠੀ ਹੁੰਦੀ ਹੈ। ਗਿਆਨ ਦਾ ਵੀ ਇੱਕ ਹੀ ਅੱਖਰ ਹੈ, ਮਨ ਮਨਾ ਭਵ। ਸਭ ਨਾਲ ਕਿੰਨਾ ਮਿੱਠਾ ਹੈ। ਆਪਣੇ ਨੂੰ ਆਤਮਾ ਸਮਝੋ ਅਤੇ ਬਾਪ ਨੂੰ ਯਾਦ ਕਰੋ। ਬਾਪ ਸ਼ਾਂਤੀ ਧਾਮ ਅਤੇ ਸੁਖ ਧਾਮ ਦਾ ਰਾਸਤਾ ਦੱਸ ਰਹੇ ਹੈ। ਬਾਪ ਆਏ ਹੈ ਬੱਚਿਆਂ ਨੂੰ ਸਵਰਗ ਦਾ ਵਰਸਾ ਦੇਣ। ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਕਹਿੰਦੇ ਵੀ ਹੈ, ਖੁਸ਼ੀ ਵਰਗੀ ਖੁਰਾਕ ਨਹੀਂ। ਜੋ ਸदैव ਖੁਸ਼ੀ ਮੌਜ ਵਿੱਚ ਰਹਿੰਦੇ ਹੈ, ਉਹਨਾਂ ਦੇ ਲਈ ਉਹ ਜਿਵੇਂ ਖੁਰਾਕ ਹੁੰਦੀ ਹੈ। 21 ਜਨਮ ਮੌਜ ਵਿੱਚ ਰਹਿਣ ਦੀ ਇਹ ਜ਼ਬਰਦਸਤ ਖੁਰਾਕ ਹੈ। ਇਹ ਖੁਰਾਕ ਸਦਾ ਇੱਕ ਦੋ ਨੂੰ ਖਵਾਉਂਦੇ ਰਹੋ। ਇੱਕ ਦੋ ਦੀ ਜ਼ਬਰਦਸਤ ਖਾਤਰੀ ਇਹ ਕਰਨੀ ਹੈ। ਅਜਿਹੀ ਖਾਤਰੀ ਹੋਰ ਕੋਈ ਮਨੁੱਖ ਦੀ ਕਰ ਨਾ ਸਕੇ। ਬਾਬਾ ਆਖਦੇ ਨੇ, ਤੁਸੀਂ ਬੱਚੇ ਸ਼੍ਰੀਮਤ ਤੇ ਸਭ ਦੀ ਰੂਹਾਨੀ ਖਾਤਰੀ ਕਰਦੇ ਹੋ। ਸੱਚੀ ਸੱਚੀ ਖੁਸ਼ ਖਰਾਫਤ ਵੀ ਇਹ ਹੈ, ਕਿਸੇ ਨੂੰ ਬਾਪ ਦਾ ਪਰਿਚੈ ਦੇਣਾ ਹੈ। ਮਿੱਠੇ ਬੱਚੇ ਜਾਣਦੇ ਹੈ, ਬੇਹੱਦ ਦੇ ਬਾਪ ਦੁਆਰਾ ਸਾਨੂੰ ਜੀਵਨ ਮੁਕਤੀ ਦੀ ਖੁਰਾਕ ਮਿਲਦੀ ਹੈ। ਸਤਯੁਗ ਵਿੱਚ ਭਾਰਤ ਜੀਵਨ ਮੁਕਤ ਸੀ, ਪਾਵਨ ਸੀ। ਬਾਪ ਬਹੁਤ ਉੱਚੀ ਖੁਰਾਕ ਦਿੰਦੇ ਹੈ। ਤਾਂ ਹੀ ਗਾਇਨ ਹੈ, ਅਤੀ ਇੰਦਰੀय ਸੁਖ ਪੁੱਛਣਾ ਹੋਵੇ ਤਾਂ ਗੋਪ ਗੋਪੀਆਂ ਤੋਂ ਪੁੱਛੋ। ਉਹ ਗਿਆਨ ਅਤੇ ਯੋਗ ਦੀ ਕਿੰਨੀ ਫਸਟ ਕਲਾਸ ਵੰਡਰਫੁਲ ਖੁਰਾਕ ਹੈ ਅਤੇ ਇਹ ਖੁਰਾਕ ਇਹੀ ਰੂਹਾਨੀ ਸਰਜਨ ਦੇ ਕੋਲ ਹੈ। ਹੋਰ ਕਿਸੇ ਨੂੰ ਇਸ ਖੁਰਾਕ ਦਾ ਪਤਾ ਨਹੀਂ ਹੈ। ਬਾਪ ਕਹਿੰਦੇ ਹੈ, ਮਿੱਠੇ ਬੱਚੇ, ਤੁਹਾਡੇ ਲਈ ਤੀਰੀ ਮਨਾ ਹਥੇਲੀ ਤੇ ਸੌਗਾਤ ਲੈ ਆਇਆ ਹਾਂ। ਮੁਕਤੀ ਅਤੇ ਜੀਵਨ ਮੁਕਤੀ ਦੀ ਇਹ ਸੌਗਾਤ ਮੇਰੇ ਕੋਲ ਹੀ ਰਹਿੰਦੀ ਹੈ। ਕਲਪ ਕਲਪ ਮੈਂ ਹੀ ਤੁਹਾਨੂੰ ਦਿੰਦਾ ਹਾਂ। ਫਿਰ ਰਾਵਣ ਖੋਹ ਲੈਂਦਾ ਹੈ। ਤਾਂ ਤੁਹਾਨੂੰ ਬੱਚਿਆਂ ਨੂੰ ਕਿੰਨੀ ਖੁਸ਼ੀ ਦਾ ਪਾਰਾ ਚੜ੍ਹਨਾ ਚਾਹੀਦਾ ਹੈ। ਤੁਸੀਂ ਜਾਣਦੇ ਹੋ, ਸਾਡਾ ਇੱਕ ਹੀ ਬਾਪ ਟੀਚਰ ਅਤੇ ਸੱਚਾ ਸਤਿਗੁਰੂ ਹੈ, ਜੋ ਸਾਨੂੰ ਨਾਲ ਲੈ ਜਾਂਦੇ ਹੈ। ਮੋਸਟ ਬਿਲਵਡ ਬਾਪ ਤੋਂ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ। ਇਹ ਘੱਟ ਹੈ ਕਿ ਤਾਂ ਸदैव ਹਰਸ਼ਿਤ ਰਹਿਣਾ ਚਾਹੀਦਾ ਹੈ। ਗੋਲਡੀ ਸਟੂਡੈਂਟ ਲਾਈਫ ਇਜ਼ ਦੀ ਬੈਸਟ। ਇਹ ਹੁਣ ਦਾ ਹੀ ਗਾਇਨ ਹੈ। ਫਿਰ ਨਈ ਦੁਨੀਆ ਵਿੱਚ ਵੀ ਤੁਸੀਂ ਸदैव ਖੁਸ਼ੀਆਂ ਮਨਾਉਂਦੇ ਰਹੋਗੇ। ਦੁਨੀਆ ਨਹੀਂ ਜਾਣਦੀ ਕਿ ਸੱਚੀ ਸੱਚੀ ਖੁਸ਼ੀਆਂ ਕਦੋਂ ਮਨਾਈ ਜਾਏਗੀ। ਮਨੁੱਖਾਂ ਨੂੰ ਤਾਂ ਸਤਿਗੁਰੂ ਦਾ ਗਿਆਨ ਹੀ ਨਹੀਂ ਹੈ, ਤਾਂ ਇੱਥੇ ਵੀ ਮਨਾਉਂਦੇ ਰਹਿੰਦੇ ਹੈ। ਪਰ ਇਸ ਪੁਰਾਣੀ ਤਮੋ ਪ੍ਰਧਾਨ ਦੁਨੀਆ ਵਿੱਚ ਖੁਸ਼ੀ ਕਿੱਥੋਂ ਤੋਂ ਆਈ?
ਇੱਥੇ ਤਾਂ ਤਰਾਹੀ ਤਰਾਹੀ ਕਰਦੇ ਰਹਿੰਦੇ ਹੈ। ਕਿੰਨੀ ਦੁੱਖ ਦੀ ਦੁਨੀਆ ਹੈ। ਬਾਪ ਆਖਦੇ ਨੇ, ਬਾਪ ਤੁਹਾਨੂੰ ਬੱਚਿਆਂ ਨੂੰ ਕਿੰਨਾ ਸਹਿਜ ਰਾਸਤਾ ਦੱਸਦੇ ਹੈ। ਗ੍ਰਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਰਹੋ। ਧੰਦਾ ਧੋਰੀ ਆਦਿ ਕਰਦੇ ਵੀ ਮੈਨੂੰ ਯਾਦ ਕਰਦੇ ਰਹੋ। ਜਿਵੇਂ ਆਸ਼ਿਕ ਅਤੇ ਮਾਸ਼ੂਕ ਹੁੰਦੇ ਹੈ, ਉਹ ਤਾਂ ਇੱਕ ਦੂਜੇ ਨੂੰ ਯਾਦ ਕਰਦੇ ਰਹਿੰਦੇ ਹੈ। ਉਹ ਉਹਨਾਂ ਦਾ ਆਸ਼ਿਕ, ਉਹ ਉਹਨਾਂ ਦਾ ਮਾਸ਼ੂਕ ਹੁੰਦਾ ਹੈ। ਇੱਥੇ ਇਹ ਗੱਲ ਨਹੀਂ ਹੈ। ਇੱਥੇ ਤਾਂ ਤੁਸੀਂ ਸਭ ਇੱਕ ਮਾਸ਼ੂਕ ਦੇ ਜਨਮ ਜਨਮਾਂਤਰ ਤੋਂ ਆਸ਼ਿਕ ਰਹਿੰਦੇ ਹੈ। ਬਾਪ ਕਦੀ ਤੁਹਾਡਾ ਆਸ਼ਿਕ ਨਹੀਂ ਬਣਦਾ। ਤੁਸੀਂ ਉਸ ਮਾਸ਼ੂਕ ਨਾਲ ਮਿਲਣ ਦੇ ਲਈ ਯਾਦ ਕਰਦੇ ਆਏ ਹੋ। ਜਦੋਂ ਦੁੱਖ ਜਾਸਤੀ ਜ਼ਿਆਦਾ ਹੁੰਦਾ ਹੈ ਤਾਂ ਜਾਸਤੀ ਸਿਮਰਨ ਕਰਦੇ ਹੈ। ਗਾਇਨ ਵੀ ਹੈ, ਦੁੱਖ ਵਿੱਚ ਸਿਮਰਨ ਸਭ ਕਰਨ, ਸੁਖ ਵਿੱਚ ਕਰੇ ਨਾ ਕੋਈ। ਇਸ ਸਮੇਂ ਬਾਪ ਵੀ ਸਰਵ ਸ਼ਕਤੀਵਾਨ ਹੈ ਤਾਂ ਦਿਨ ਪ੍ਰਤੀ ਦਿਨ ਮਾਇਆ ਵੀ ਸਰਵ ਸ਼ਕਤੀਵਾਨ ਤਮੋ ਪ੍ਰਧਾਨ ਹੁੰਦੀ ਜਾਂਦੀ ਹੈ। ਇਸ ਲਈ ਹੁਣ ਬਾਪ ਕਹਿੰਦੇ ਹੈ, ਮਿੱਠੇ ਬੱਚੇ ਦੇਹੀ ਅਭਿਮਾਨੀ ਬਣੋ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਅਤੇ ਨਾਲ ਨਾਲ ਦੈਵੀ ਗੁਣ ਵੀ ਧਾਰਨ ਕਰੋ। ਤੁਸੀਂ ਇਵੇਂ ਲక్ష్ਮੀ ਨਾਰਾਇਣ ਬਣ ਜਾਓਗੇ। ਇਸ ਪੜ੍ਹਾਈ ਵਿੱਚ ਮੁੱਖ ਗੱਲ ਹੈ ਹੀ ਯਾਦ ਦੀ। ਊਂਚ ਤੇ ਊਂਚ ਬਾਪ ਨੂੰ ਬਹੁਤ ਪਿਆਰ ਸਨੇਹ ਨਾਲ ਯਾਦ ਕਰਨਾ ਚਾਹੀਦਾ ਹੈ। ਉਹ ਊਂਚ ਤੇ ਊਂਚ ਬਾਪ ਹੀ ਨਈ ਦੁਨੀਆ ਸਥਾਪਨ ਕਰਨ ਵਾਲਾ ਹੈ। ਬਾਪ ਕਹਿੰਦੇ ਹੈ, ਮੈਂ ਆਇਆ ਹਾਂ ਤੁਸੀਂ ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਣ। ਇਸ ਲਈ ਹੁਣ ਮੈਨੂੰ ਯਾਦ ਕਰੋ ਤਾਂ ਤੁਹਾਡੇ ਅਨੇਕ ਜਨਮਾਂ ਦੇ ਪਾਪ ਕੱਟ ਜਾਣਗੇ। ਪਾਤਿਤ ਪਾਵਨ ਬਾਪ ਕਹਿੰਦੇ ਹੈ, ਤੁਸੀਂ ਬਹੁਤ ਪਾਤਿਤ ਬਣ ਗਏ ਹੋ। ਇਸ ਲਈ ਹੁਣ ਤੁਸੀਂ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਅਤੇ ਪਾਵਨ ਦੁਨੀਆ ਦਾ ਮਾਲਿਕ ਬਣ ਜਾਓਗੇ। ਪਾਤਿਤ ਪਾਵਨ ਬਾਪ ਨੂੰ ਹੀ ਬੁਲਾਉਂਦੇ ਹੈ ਨਾ। ਹੁਣ ਬਾਪ ਆਏ ਹੈ ਤਾਂ ਜ਼ਰੂਰ ਪਾਵਨ ਬਣਨਾ ਪਏ। ਬਾਪ ਦੁੱਖ ਹਰਤਾ ਸੁਖ ਕਰਤਾ ਹੈ। ਬਰੋਬਰ ਸਤਯੁਗ ਵਿੱਚ ਪਾਵਨ ਦੁਨੀਆ ਸੀ ਤਾਂ ਸਭ ਸੁਖੀ ਸੀ। ਹੁਣ ਬਾਪ ਫਿਰ ਤੋਂ ਕਹਿੰਦੇ ਹੈ, ਬੱਚੇ ਸ਼ਾਂਤੀ ਧਾਮ ਅਤੇ ਸੁਖ ਧਾਮ ਨੂੰ ਯਾਦ ਕਰਦੇ ਰਹੋ। ਹੁਣ ਹੈ ਸੰਗਮ ਯੁਗ। ਖਵਈਆ ਤੁਹਾਨੂੰ ਇਸ ਪਾਰ ਤੋਂ ਉਸ ਪਾਰ ਲੈ ਜਾਂਦੇ ਹੈ। ਬੇੜੀ ਕੋਈ ਇੱਕ ਨਹੀਂ, ਸਾਰੀ ਦੁਨੀਆ ਇੱਕ ਵੱਡਾ ਜਹਾਜ਼ ਹੈ, ਉਹਨਾਂ ਨੂੰ ਪਾਰ ਲੈ ਜਾਂਦੇ ਹੈ। ਤੁਸੀਂ ਮਿੱਠੇ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਤੁਹਾਡੇ ਲਈ ਤਾਂ ਸदैव ਖੁਸ਼ੀ ਹੀ ਖੁਸ਼ੀ ਹੈ। ਬੇਹੱਦ ਦਾ ਬਾਪ ਸਾਨੂੰ ਪੜ੍ਹਾ ਰਹੇ ਹੈ। ਵਾਹ, ਇਹ ਤਾਂ ਕਦੀ ਨਹੀਂ ਸੁਣਿਆ ਨਾ ਪੜ੍ਹਿਆ ਭਗਵਾਨੁਵਾਚ। ਮੈਂ ਤੁਸੀਂ ਰੂਹਾਨੀ ਬੱਚਿਆਂ ਨੂੰ ਰਾਜਯੋਗ ਸਿਖਾ ਰਿਹਾ ਹਾਂ ਤਾਂ ਪੂਰੀ ਤਰ੍ਹਾਂ ਸਿੱਖਣਾ ਚਾਹੀਦਾ ਹੈ, ਧਾਰਨਾ ਕਰਨੀ ਚਾਹੀਦੀ ਹੈ, ਪੂਰੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ। ਪੜ੍ਹਾਈ ਵਿੱਚ ਨੰਬਰ 1 ਤਾਂ ਸदैव ਹੁੰਦੇ ਹੀ ਹੈ। ਆਪਣੇ ਨੂੰ ਦੇਖਣਾ ਚਾਹੀਦਾ ਹੈ, ਮੈਂ ਉੱਤਮ ਹਾਂ, ਮੱਧਮ ਹਾਂ, ਕਨਿਸ਼ਟ ਹਾਂ। ਆਪਣੇ ਨੂੰ ਦੇਖੋ, ਮੈਂ ਉੱਚ ਪਦਵੀ ਪਾਉਣ ਦੇ ਲਾਇਕ ਹਾਂ, ਰੂਹਾਨੀ ਸਰਵਿਸ ਕਰਦਾ ਹਾਂ। ਕਿਉਂਕਿ ਬਾਪ ਕਹਿੰਦੇ ਹੈ, ਬੱਚੇ ਸਰਵਿਸ ਬੁੱਲ ਬਣੋ, ਫਾਲੋ ਕਰੋ। ਮੈਂ ਆਇਆ ਹੀ ਹਾਂ ਸਰਵਿਸ ਦੇ ਲਈ, ਰੋਜ਼ ਸਰਵਿਸ ਕਰਦਾ ਹਾਂ। ਇਸ ਲਈ ਹੀ ਤਾਂ ਇਹ ਰੱਥ ਲਿਆ ਹੈ। ਇਹਨਾਂ ਦਾ ਰੱਥ ਬਿਮਾਰ ਪੈ ਜਾਂਦਾ ਹੈ ਤਾਂ ਮੈਂ ਇਹਨਾਂ ਵਿੱਚ ਬੈਠ ਮੁਰਲੀ ਲਿਖਦਾ ਹਾਂ। ਮੁੱਖ ਨਾਲ ਤਾਂ ਬੋਲ ਨਹੀਂ ਸਕਦੇ ਤਾਂ ਮੈਂ ਲਿਖ ਦਿੰਦਾ ਹਾਂ ਤਾਂ ਬੱਚਿਆਂ ਲਈ ਮੁਰਲੀ ਮਿਸ ਨਾ ਹੋਵੇ ਤਾਂ ਮੈਂ ਵੀ ਸਰਵਿਸ ਤੋਂ ਦੇ ਰਿਹਾ ਹਾਂ। ਇਹ ਹੈ ਰੂਹਾਨੀ ਸਰਵਿਸ। ਤੁਸੀਂ ਵੀ ਬਾਪ ਦੀ ਸਰਵਿਸ ਵਿੱਚ ਲੱਗ ਜਾਓ। ਔਨ ਗੋਡ ਫਾਦਰਲੀ ਸਰਵਿਸ। ਬਾਪ ਹੀ ਤੁਹਾਨੂੰ ਸਾਰੇ ਵਿਸ਼ਵ ਦਾ ਮਾਲਿਕ ਬਣਾਉਣ ਲਈ ਆਏ ਹੈ। ਜੋ ਚੰਗਾ ਪੁਰਸ਼ਾਰਥ ਕਰਦੇ ਹੈ ਉਹਨਾਂ ਨੂੰ ਮਹਾਵੀਰ ਕਿਹਾ ਜਾਂਦਾ ਹੈ। ਦੇਖਿਆ ਜਾਂਦਾ ਹੈ ਕੌਣ ਮਹਾਵੀਰ ਹੈ, ਜੋ ਬਾਬਾ ਦੇ ਡਾਇਰੈਕਸ਼ਨ ਤੇ ਚੱਲਦੇ ਹੈ। ਬਾਪ ਤਾਂ ਦਾ ਫਰਮਾਨ ਹੈ, ਆਪਣੇ ਨੂੰ ਆਤਮਾ ਸਮਝੋ, ਭਰਾ ਭਰਾ ਦੇਖੋ, ਇਸ ਸਰੀਰ ਨੂੰ ਭੁੱਲ ਜਾਓ। ਬਾਬਾ ਵੀ ਸਰੀਰ ਨੂੰ ਨਹੀਂ ਦੇਖਦੇ ਹੈ। ਬਾਪ ਕਹਿੰਦੇ ਹੈ, ਮੈਂ ਆਤਮਾ ਨੂੰ ਦੇਖਦਾ ਹਾਂ। ਬਾਕੀ ਇਹ ਤਾਂ ਗਿਆਨ ਹੈ ਕਿ ਆਤਮਾ ਸਰੀਰ ਵਗੈਰਾ ਬੋਲ ਨਹੀਂ ਸਕਦੀ।
ਮੈਂ ਵੀ ਇਸ ਸਰੀਰ ਵਿੱਚ ਆਇਆ ਹਾਂ, ਲੋਨ ਲਿਆ ਹੋਇਆ ਹੈ। ਸਰੀਰ ਦੇ ਨਾਲ ਹੀ ਆਤਮਾ ਪੜ ਸਕਦੀ ਹੈ। ਬਾਬਾ ਦੀ ਬੈਠਕ ਇੱਥੇ ਹੈ। ਇਹ ਹੈ ਅਕਾਲ ਤਖਤ। ਆਤਮਾ ਅਕਾਲ ਮੂਰਤ ਹੈ। ਆਤਮਾ ਕਦੀ ਛੋਟੀ ਵੱਡੀ ਨਹੀਂ ਹੁੰਦੀ ਹੈ। ਸਰੀਰ ਛੋਟਾ ਵੱਡਾ ਹੁੰਦਾ ਹੈ। ਜੋ ਵੀ ਆਤਮਾਵਾਂ ਹੈ ਉਹਨਾਂ ਸਭ ਦਾ ਤਖਤ ਇਹ ਬਰੂਕੁਟੀ ਦੇ ਵਿੱਚ ਹੈ। ਸਰੀਰ ਦੇ ਸਭ ਦੇ ਭਿੰਨ ਭਿੰਨ ਹੁੰਦੇ ਹੈ। ਕਿਸੇ ਨੂੰ ਅਕਾਲ ਤਖਤ ਪੁਰਖ ਦਾ ਹੈ, ਕਿਸੇ ਦਾ ਅਕਾਲ ਤਖਤ ਇਸਤਰੀ ਦਾ ਹੈ, ਕਿਸੇ ਦਾ ਅਕਾਲ ਤਖਤ ਬੱਚੇ ਦਾ ਹੈ। ਬਾਪ ਬੈਠ ਬੱਚਿਆਂ ਨੂੰ ਰੂਹਾਨੀ ਡਰਿਲ ਸਿਖਾਉਂਦੇ ਹੈ। ਜਦੋਂ ਕਿਸੇ ਨਾਲ ਗੱਲ ਕਰੋ ਤਾਂ ਆਪਣੇ ਨੂੰ ਆਤਮਾ ਸਮਝੋ। ਅਸੀਂ ਆਤਮਾ ਫਲਾਣੇ ਭਰਾ ਨਾਲ ਗੱਲ ਕਰਦੇ ਹਾਂ। ਬਾਪ ਦਾ ਪੈਗਾਮ ਦਿੰਦੇ ਹਾਂ ਕਿ ਸ਼ਿਵ ਬਾਬਾ ਨੂੰ ਯਾਦ ਕਰੋ। ਯਾਦ ਨਾਲ ਹੀ ਜੰਕ ਉਤਰਦੀ ਹੈ। ਸੋਨੇ ਵਿੱਚ ਜਦੋਂ ਅਲਾਈ ਪੈਂਦੀਆਂ ਹੈ ਤਾਂ ਸੋਨੇ ਦੀ ਵੈਲਿਊ ਹੀ ਘੱਟ ਹੋ ਜਾਂਦੀ ਹੈ। ਤੁਸੀਂ ਆਤਮਾਵਾਂ ਵਿੱਚ ਵੀ ਜੰਕ ਪੈਣ ਨਾਲ ਤੁਸੀਂ ਵੈਲਿਊ ਲੈਸ ਹੋ ਗਏ ਹੈ। ਹੁਣ ਫਿਰ ਪਾਵਨ ਬਣਨਾ ਹੈ। ਤੁਹਾਨੂੰ ਆਤਮਾ ਨੂੰ ਹੀ ਹੁਣ ਗਿਆਨ ਦਾ ਤੀਸਰਾ ਨੇਤਰ ਮਿਲਿਆ ਹੈ। ਉਸ ਨੇਤਰ ਨਾਲ ਆਪਣੇ ਭਰਾਵਾਂ ਨੂੰ ਦੇਖੋ। ਭਰਾ ਭਰਾ ਨੂੰ ਦੇਖਣ ਨਾਲ ਕਰਮ ਇੰਦਰੀਆਂ ਕਦੇ ਚੰਚਲ ਨਹੀਂ ਹੋਵੇਗੀ। ਰਾਜ ਭਾਗ ਲੈਣਾ ਹੈ, ਵਿਸ਼ਵ ਦਾ ਮਾਲਿਕ ਬਣਨਾ ਹੈ ਤਾਂ ਇਹ ਮਿਹਨਤ ਕਰੋ। ਭਰਾ ਭਰਾ ਸਮਝ ਸਭ ਨੂੰ ਗਿਆਨ ਦੇਵੋ ਤਾਂ ਫਿਰ ਇਹ ਟੈਬ ਮਨਾ ਆਦਤ ਪੱਕੀ ਹੋ ਜਾਏਗੀ। ਸੱਚੇ ਸੱਚੇ ਬ੍ਰਦਰਸ ਤੁਸੀਂ ਸਭ ਹੋ। ਬਾਪ ਵੀ ਉੱਪਰ ਤੋਂ ਆਇਆ ਹੋਇਆ ਹੈ, ਤੁਸੀਂ ਵੀ ਆਏ ਹੋ। ਬਾਪ ਬੱਚਿਆਂ ਸਹਿਤ ਸਰਵਿਸ ਕਰ ਰਹੇ ਹੈ। ਸਰਵਿਸ ਕਰਨ ਦੀ ਬਾਪ ਹਿੰਮਤ ਦਿੰਦੇ ਹੈ। ਹਿੰਮਤੇ ਮਰਦੇ ਤਾਂ ਇਹ ਪ੍ਰੈਕਟਿਸ ਕਰਨੀ ਹੈ। ਮੈਂ ਆਤਮਾ ਭਰਾ ਨੂੰ ਪੜ੍ਹਾਉਂਦਾ ਹਾਂ। ਆਤਮਾ ਪੜ੍ਹਦੀ ਹੈ ਨਾ, ਇਸ ਨੂੰ ਸਪਿਰਿਚੁਅਲ ਨੌਲੇਜ ਕਿਹਾ ਜਾਂਦਾ ਹੈ ਜੋ ਰੂਹਾਨੀ ਬਾਪ ਤੋਂ ਹੀ ਮਿਲਦੀ ਹੈ। ਸਰੀਰ ਧਾਰਨ ਕਰ ਸੰਗਮ ਤੇ ਹੀ ਬਾਪ ਆ ਕੇ ਇਹ ਨੌਲੇਜ ਦਿੰਦੇ ਹੈ ਕਿ ਆਪਣੇ ਨੂੰ ਆਤਮਾ ਸਮਝੋ। ਤੁਸੀਂ ਨੰਗੇ ਆਏ ਸੀ, ਫਿਰ ਇੱਥੇ ਸਰੀਰ ਧਾਰਨ ਕਰ ਤੁਸੀਂ 84 ਜਨਮ ਪਾਠ ਵਜਾਇਆ ਹੈ। ਹੁਣ ਫਿਰ ਵਾਪਿਸ ਚੱਲਣਾ ਹੈ। ਇਸ ਲਈ ਆਪਣੇ ਨੂੰ ਆਤਮਾ ਸਮਝ ਭਰਾ ਭਰਾ ਦੀ ਦ੍ਰਿਸ਼ਟੀ ਨਾਲ ਦੇਖਣਾ ਹੈ। ਇਹ ਮਿਹਨਤ ਕਰਨੀ ਹੈ, ਆਪਣੀ ਮਿਹਨਤ ਕਰਨੀ ਹੈ। ਦੂਸਰੇ ਵਿੱਚ ਸਾਡਾ ਕੀ ਜਾਂਦਾ। ਚੈਰਿਟੀ ਵਿੰਗਸ ਐਟ ਹੋਮ ਮਤਲਬ ਪਹਿਲੇ ਖੁਦ ਨੂੰ ਆਤਮਾ ਸਮਝ ਫਿਰ ਭਰਾਵਾਂ ਨੂੰ ਸਮਝਾਓ ਤਾਂ ਚੰਗੀ ਤਰ੍ਹਾਂ ਤੀਰ ਲੱਗੇਗਾ। ਇਹ ਜ਼ਹਰ ਭਰਨਾ ਹੈ। ਮਿਹਨਤ ਕਰਨਗੇ ਤਾਂ ਹੀ ਉੱਚ ਫਲ ਪਾਣਗੇ। ਬਾਪ ਆਏ ਹੀ ਹੈ ਫਲ ਦੇਣ ਲਈ। ਮਿਹਨਤ ਕਰਨੀ ਪਏ, ਕੁਝ ਸਹਿਨ ਕਰਨਾ ਵੀ ਪੈਂਦਾ ਹੈ। ਬਾਬਾ ਆਖਦੇ ਨੇ ਤੁਹਾਨੂੰ ਕੋਈ ਉਲਟੀ ਸੁਲਟੀ ਗੱਲਾਂ ਬੋਲਣ ਤਾਂ ਤੁਸੀਂ ਚੁੱਪ ਰਹੋ। ਤੁਸੀਂ ਚੁੱਪ ਰਹੋਗੇ ਤਾਂ ਫਿਰ ਦੂਸਰਾ ਕੀ ਕਰੇਗਾ। ਤਾਲੀ ਦੋ ਹੱਥ ਨਾਲ ਵੱਜਦੀ ਹੈ। ਇੱਕ ਨੇ ਮੁੱਖ ਦੀ ਤਾਲੀ ਵਜਾਈ, ਦੂਸਰਾ ਚੁੱਪ ਕਰ ਜਾਵੇ ਤਾਂ ਉਹ ਆਪੇ ਹੀ ਚੁੱਪ ਹੋ ਜਾਣਗੇ। ਤਾਲੀ ਨਾਲ ਤਾਲੀ ਵੱਜਣ ਨਾਲ ਆਵਾਜ਼ ਹੋ ਜਾਂਦਾ ਹੈ। ਬੱਚਿਆਂ ਨੂੰ ਇੱਕ ਦੋ ਦਾ ਕਲਿਆਣ ਕਰਨਾ ਹੈ। ਬਾਪ ਸਮਝਾਉਂਦੇ ਹੈ ਬੱਚੇ ਸदैव ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ ਤਾਂ ਮਨ ਮਨਾ ਭਵ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਭਰਾਵਾਂ ਆਤਮਾ ਵੱਲ ਵੇਖੋ। ਭਰਾਵਾਂ ਨੂੰ ਵੀ ਇਹ ਨੌਲੇਜ ਦੇਵੋ। ਇਹ ਆਦਤ ਪੈ ਜਾਵੇ ਫਿਰ ਕਦੀ ਕ੍ਰਿਮੀਨਲ ਆਈ ਧੋਖਾ ਨਹੀਂ ਦੇਵੇਗੀ। ਗਿਆਨ ਦੇ ਤੀਸਰੇ ਨੇਤਰ ਨਾਲ ਤੀਸਰੇ ਨੇਤਰ ਨੂੰ ਦੇਖੋ। ਬਾਬਾ ਵੀ ਤੁਹਾਡੀ ਆਤਮਾ ਨੂੰ ਹੀ ਦੇਖਦੇ ਹੈ। ਕੋਸ਼ਿਸ਼ ਇਹ ਕਰਨੀ ਹੈ ਸदैव ਆਤਮਾ ਨੂੰ ਹੀ ਦੇਖਣਾ ਹੈ। ਸਰੀਰ ਨੂੰ ਦੇਖੋ ਹੀ ਨਹੀਂ। ਯੋਗ ਕਰਾਉਂਦੇ ਹੈ ਤਾਂ ਵੀ ਆਪਣੇ ਨੂੰ ਆਤਮਾ ਸਮਝ ਭਰਾਵਾਂ ਨੂੰ ਦੇਖਦੇ ਰਹਿਣਗੇ ਤਾਂ ਸਰਵਿਸ ਵਧੀਆ ਹੋਵੇਗੀ। ਬਾਬਾ ਨੇ ਕਿਹਾ ਹੈ ਭਰਾਵਾਂ ਨੂੰ ਸਮਝਾਓ। ਭਰਾ ਸਭ ਬਾਪ ਕੋਲੋਂ ਵਰਸਾ ਲੈਂਦੇ ਹੈ। ਇਹ ਰੂਹਾਨੀ ਨੌਲੇਜ ਇੱਕ ਹੀ ਵਾਰ ਤੁਹਾਨੂੰ ਬ੍ਰਾਹਮਣ ਬੱਚਿਆਂ ਨੂੰ ਮਿਲਦੀ ਹੈ। ਤੁਸੀਂ ਬ੍ਰਾਹਮਣ ਹੋ ਫਿਰ ਦੇਵਤਾ ਬਣਨ ਵਾਲੇ ਹੋ। ਇਸ ਸੰਗਮ ਯੁੱਗ ਨੂੰ ਥੋੜੇ ਹੀ ਛੱਡਾਂਗੇ, ਨਹੀਂ ਤਾਂ ਪਾਰ ਕਿਵੇਂ ਜਾਣਗੇ। ਕੁੱਦਣਗੇ ਥੋੜੇ ਹੀ। ਇਹ ਵੰਡਰਫੁਲ ਸੰਗਮ ਯੁੱਗ ਹੈ ਤਾਂ ਬੱਚਿਆਂ ਨੂੰ ਰੂਹਾਨੀ ਯਾਤਰਾ ਤੇ ਰਹਿਣ ਦੀ ਆਦਤ ਪਾਉਣੀ ਹੈ
ਤੁਹਾਡੇ ਹੀ ਫਾਇਦੇ ਦੀ ਗੱਲ ਹੈ। ਬਾਪ ਦੀ ਸਿੱਖਿਆਵਾਂ ਭਰਾਵਾਂ ਨੂੰ ਦੇਣੀ ਹੈ। ਬਾਪ ਕਹਿੰਦੇ ਹੈ, ਮੈਂ ਤੁਸੀਂ ਆਤਮਾ ਨੂੰ ਗਿਆਨ ਦੇ ਰਿਹਾ ਹਾਂ, ਆਤਮਾ ਨੂੰ ਹੀ ਦੇਖਦਾ ਹਾਂ। ਮਨੁੱਖ ਨਾਲ ਗੱਲ ਕਰੇਗਾ ਤਾਂ ਉਹਨਾਂ ਦੇ ਮੂੰਹ ਨੂੰ ਦੇਖੇਗਾ ਨਾ। ਤੁਸੀਂ ਆਤਮਾਵਾਂ ਨਾਲ ਗੱਲ ਕਰਦੇ ਹੋ ਤਾਂ ਆਤਮਾ ਨੂੰ ਹੀ ਦੇਖਣਾ ਹੈ। ਭਾਵੇਂ ਸਰੀਰ ਦੁਆਰਾ ਗਿਆਨ ਦਿੰਦੇ ਹੋ, ਪਰ ਇਸ ਵਿੱਚ ਸਰੀਰ ਦਾ ਭਾਨ ਤੋੜਨਾ ਹੁੰਦਾ ਹੈ। ਤੁਹਾਡੀ ਆਤਮਾ ਸਮਝਦੀ ਹੈ ਪਰਮਾਤਮਾ ਬਾਪ ਸਾਨੂੰ ਗਿਆਨ ਦੇ ਰਹੇ ਹੈ। ਬਾਪ ਵੀ ਕਹਿੰਦੇ ਹੈ, ਆਤਮਾਵਾਂ ਨੂੰ ਦੇਖਦਾ ਹਾਂ। ਆਤਮਾ ਵੀ ਕਹਿੰਦੀਆਂ ਹੈ, ਅਸੀਂ ਪਰਮਾਤਮਾ ਬਾਪ ਨੂੰ ਦੇਖ ਰਹੇ ਹਾਂ, ਉਹਨਾਂ ਕੋਲੋਂ ਨੌਲੇਜ ਲੈ ਰਹੇ ਹਾਂ। ਇਸ ਨੂੰ ਕਿਹਾ ਜਾਂਦਾ ਹੈ ਸਪਿਰਿਚੁਅਲ ਗਿਆਨ ਦੀ ਲੈਣ ਦੇਣ। ਆਤਮਾ ਦੀ ਆਤਮਾ ਦੇ ਨਾਲ, ਆਤਮਾ ਵਿੱਚ ਹੀ ਗਿਆਨ ਹੈ, ਆਤਮਾ ਨੂੰ ਹੀ ਗਿਆਨ ਦੇਣਾ ਹੈ। ਇਹ ਜਿਵੇਂ ਜੌਹਰ ਹੈ, ਤੁਹਾਡੇ ਗਿਆਨ ਵਿੱਚ ਇਹ ਜੌਹਰ ਭਰ ਜਾਏਗਾ ਤਾਂ ਕਿਸੇ ਨੂੰ ਸਮਝਾਉਣ ਨਾਲ ਝੱਟ ਤੀਰ ਲੱਗ ਜਾਏਗਾ। ਬਾਪ ਕਹਿੰਦੇ ਹੈ, ਪ੍ਰੈਕਟੀਕਲ ਕਰਕੇ ਦੇਖੋ ਤੀਰ ਲੱਗਦਾ ਹੈ ਜਾਂ ਨਹੀਂ। ਇਹ ਨਵੀਂ ਆਦਤ ਪਾਉਣੀ ਹੈ ਤਾਂ ਫਿਰ ਸਰੀਰ ਦਾ ਭਾਨ ਨਿਕਲ ਜਾਏਗਾ। ਮਾਇਆ ਦੇ ਤੂਫਾਨ ਘਟ ਜਾਣਗੇ, ਬੁਰੇ ਸੰਕਲਪ ਨਹੀਂ ਆਉਣਗੇ, ਕ੍ਰਿਮੀਨਲ ਆਈ ਵੀ ਨਹੀਂ ਰਹੇਗੀ। ਅਸੀਂ ਆਤਮਾ ਨੇ 84 ਦਾ ਚੱਕਰ ਲਗਾਇਆ ਹੈ, ਹੁਣ ਨਾਟਕ ਪੂਰਾ ਹੁੰਦਾ ਹੈ। ਹੁਣ ਬਾਬਾ ਦੀ ਯਾਦ ਵਿੱਚ ਰਹਿਣਾ ਹੈ। ਯਾਦ ਨਾਲ ਹੀ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਸਤੋ ਪ੍ਰਧਾਨ ਦੁਨੀਆ ਦੇ ਮਾਲਿਕ ਬਣ ਜਾਵਾਂਗੇ। ਕਿੰਨਾ ਸਹਿਜ ਹੈ। ਬਾਪ ਜਾਣਦੇ ਹੈ ਬੱਚਿਆਂ ਨੂੰ ਇਹ ਸਿੱਖਿਆ ਦੇਣਾ ਵੀ ਮੇਰਾ ਪਾਠ ਹੈ, ਕੋਈ ਨਈ ਗੱਲ ਨਹੀਂ। ਹਰ 5000 ਵਰ੍ਹੇ ਬਾਅਦ ਸਾਨੂੰ ਆਉਣਾ ਹੁੰਦਾ ਹੈ। ਮੈਂ ਬੰਦਾਈਮਾਨ ਹਾਂ, ਬੱਚਿਆਂ ਨੂੰ ਬੈਠ ਸਮਝਾਉਂਦਾ ਹਾਂ। ਮਿੱਠੇ ਬੱਚੇ, ਰੂਹਾਨੀ ਯਾਦ ਦੀ ਯਾਤਰਾ ਵਿੱਚ ਰਹੋ ਤਾਂ ਅੰਤਮਤੀ ਸੋਗਤੀ ਹੋ ਜਾਏਗੀ। ਇਹ ਅੰਤ ਕਾਲ ਦਾ ਹੈ ਨਾ। ਮਮੇ ਕਮ ਯਾਦ ਕਰੋ ਤਾਂ ਤੁਹਾਡੀ ਸਦਗਤੀ ਹੋ ਜਾਏਗੀ। ਯਾਦ ਦੀ ਯਾਤਰਾ ਤੋਂ ਪਿੱਲਰ ਮਜ਼ਬੂਤ ਹੋ ਜਾਏਗੀ। ਇਹ ਦੇਹੀ ਅਭਿਮਾਨੀ ਬਣਨ ਦੀ ਸਿੱਖਿਆ ਇੱਕ ਹੀ ਵਾਰ ਤੁਸੀਂ ਬੱਚਿਆਂ ਨੂੰ ਮਿਲਦੀ ਹੈ। ਕਿੰਨਾ ਵੰਡਰਫੁਲ ਗਿਆਨ ਹੈ। ਬਾਬਾ ਵੰਡਰਫੁਲ ਹੈ ਤਾਂ ਬਾਬਾ ਦਾ ਗਿਆਨ ਵੀ ਵੰਡਰਫੁਲ ਹੈ। ਕਦੀ ਕੋਈ ਦੱਸ ਨਾ ਸਕੇ। ਹੁਣ ਵਾਪਿਸ ਚੱਲਣਾ ਹੈ। ਇਸ ਲਈ ਬਾਪ ਕਹਿੰਦੇ ਹੈ, ਮਿੱਠੇ ਬੱਚਿਓ, ਇਹ ਪ੍ਰੈਕਟਿਸ ਕਰੋ। ਆਪਣੇ ਨੂੰ ਆਤਮਾ ਸਮਝ ਆਤਮਾ ਨੂੰ ਗਿਆਨ ਦੇਵੋ। ਤੀਸਰੇ ਨੇਤਰ ਨਾਲ ਭਰਾ ਨੂੰ ਦੇਖਣਾ ਹੈ। ਇਹ ਬੜੀ ਮਿਹਨਤ ਹੈ। ਅੱਛਾ, ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖਿਆ ਸਾਰ ਨੰਬਰ 1 ਪਰ ਆਤਮਾ ਭਰਾ ਨੂੰ ਦੇਖਣ ਦਾ ਅਭਿਆਸ ਕਰਨਾ ਹੈ। ਆਪਣੇ ਨੂੰ ਆਤਮਾ ਸਮਝ ਭਰਾ ਨੂੰ ਗਿਆਨ ਦੇਣਾ ਹੈ। ਮਹਾਵੀਰ ਬਣ ਇਸ ਫਰਮਾਨ ਨੂੰ ਪਾਲਨ ਕਰਨਾ ਹੈ। ਨੰਬਰ 2, ਤੁਹਾਨੂੰ ਕੋਈ ਉਲਟੀ ਸੁਲਟੀ ਗੱਲ ਬੋਲੇ ਤਾਂ ਤੁਸੀਂ ਚੁੱਪ ਰਹੋ। ਤਾਲੀ 2 ਹੱਥਾਂ ਨਾਲ ਵੱਜਦੀ ਹੈ। ਇੱਕ ਨੇ ਮੁੱਖ ਦੀ ਤਾਲੀ ਵਜਾਈ, ਦੂਸਰਾ ਚੁੱਪ ਕਰ ਜਾਵੇ ਤਾਂ ਉਹ ਆਪੇ ਹੀ ਚੁੱਪ ਹੋ ਜਾਣਗੇ। ਵਰਦਾਨ ਹੈ ਅੱਜ ਦਾ। ਅੰਮ੍ਰਿਤ ਵੇਲੇ ਦਾ ਫਾਊਂਡੇਸ਼ਨ ਦੁਆਰਾ ਸਾਰੇ ਦਿਨ ਦੀ ਦਿਨਚਰਿਆ ਨੂੰ ਠੀਕ ਰੱਖਣ ਵਾਲੇ ਸਹਿਜ ਪੁਰਸ਼ਾਰਥੀ ਭਵ। ਅੰਮ੍ਰਿਤ ਵੇਲੇ ਦੇ ਫਾਊਂਡੇਸ਼ਨ ਦੁਆਰਾ ਸਾਰੇ ਦਿਨ ਦੀ ਦਿਨਚਰਿਆ ਨੂੰ ਠੀਕ ਰੱਖਣ ਵਾਲੇ ਸਹਿਜ ਪੁਰਸ਼ਾਰਥੀ ਭਵ। ਅੱਜ ਬਾਬਾ ਆਖਦੇ ਨੇ, ਜਿਵੇਂ ਟ੍ਰੇਨ ਨੂੰ ਪਟੜੀ ਤੇ ਖੜਾ ਕਰ ਦਿੰਦੇ ਹੈ ਤਾਂ ਆਟੋਮੈਟਿਕਲ ਰਸਤੇ ਤੇ ਚਲਦੀ ਰਹਿੰਦੀ ਹੈ, ਇਵੇਂ ਹੀ ਰੋਜ਼ ਅੰਮ੍ਰਿਤ ਵੇਲੇ ਯਾਦ ਦੀ ਲਕੀਰ ਤੇ ਖੜੇ ਹੋ ਜਾਓ। ਅੰਮ੍ਰਿਤ ਵੇਲਾ ਠੀਕ ਹੈ ਤਾਂ ਸਾਰਾ ਦਿਨ ਠੀਕ ਹੋ ਜਾਏਗਾ। ਅੰਮ੍ਰਿਤ ਵੇਲੇ ਦਾ ਫਾਊਂਡੇਸ਼ਨ ਪੱਕਾ ਹੈ ਤਾਂ ਸਾਰਾ ਦਿਨ ਖੁਦ ਸਹਿਯੋਗ ਮਿਲਦਾ ਰਹੇਗਾ ਅਤੇ ਪੁਰਸ਼ਾਰਥ ਵੀ ਸਹਿਜ ਹੋ ਜਾਏਗਾ। ਜੋ ਸਦਾ ਬਾਪ ਦੀ ਯਾਦ ਅਤੇ ਸ਼੍ਰੀਮਤ ਦੀ ਲਕੀਰ ਦੇ ਅੰਦਰ ਰਹਿਣ ਵਾਲੀਆਂ ਇਵੇਂ ਦੀਆਂ ਸੱਚੀਆਂ ਸੀਤਾਵਾਂ ਹੈ, ਉਹਨਾਂ ਦੇ ਨਸ ਨਸ ਵਿੱਚ ਇੱਕ ਰਾਮ ਦੀ ਸਮ੍ਰਿਤੀ ਦਾ ਆਵਾਜ਼ ਰਹਿੰਦਾ ਹੈ। ਸਲੋਗਨ ਅੱਜ ਦਾ, ਬਾਬਾ ਦੀ ਮਦਦ ਨੂੰ ਕੈਚ ਕਰਨਾ ਹੈ ਤਾਂ ਬੁੱਧੀ ਨੂੰ ਇਕਾਗਰ ਕਰ ਲਓ। ਬਾਬਾ ਦੀ ਮਦਦ ਨੂੰ ਕੈਚ ਕਰਨਾ ਹੈ ਤਾਂ ਬੁੱਧੀ ਨੂੰ ਇਕਾਗਰ ਕਰ ਲਓ। ਚੰਗਾ। ਓਮ ਸ਼ਾਂਤੀ।